अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ ਤੇ ਕਿਸਾਨੀ ਵੀਰੋ ਮੁੰਜੀ ਦੀ ਕਟਾਈ ਦਾ ਸੀਜ਼ਨ ਆ ਗਿਆ ਤੇ ਸਾਡੇ ਨਾਲ ਜ਼ਫਰ ਭਾਈ ਮੌਜੂਦ ਹੈਗੇ ਨੇ, ਮੇਰਾ ਕਜ਼ਨ ਜਾਨੀ ਪਛਾਣੀ ਸ਼ਖਸੀਅਤ ਹੈ। ਉਹਨਾਂ ਨਾਲ ਗੱਲਬਾਤ ਕਰਨੇ ਹੈ ਮੁੰਜੀ ਦੇ ਬਾਰੇ। अस्सलाम वालेकुम जी। वालेकुम ਜ਼ਫਰ ਭਾਈ ਕੀ ਹਾਲ ਹੈ? अल्लाह का करम है। ਜ਼ਫਰ ਭਾਈ, ਜਿਸ ਤਰੀਕੇ ਤੁਸੀਂ ਵੇਖਦੇ ਪਏ ਹੋ ਆਪਣੇ ਇਲਾਕੇ 'ਚ ਵੀ ਬੇਮੌਸਮੀ ਕਾਸ਼ਤ ਹੋਈ ਹੈ ਮੁੰਜੀ ਦੀ, हाँ ਇਹ जी ਕਿਉਂ ਹੋਈ ਹੈ ਤੇ ਇਹਦਾ ਕਿਸਾਨਾਂ ਨੂੰ ਕੀ ਫਾਇਦਾ ਹੋਇਆ ਹੈ ਤੇ ਨੁਕਸਾਨ ਕੀ ਹੁੰਦਾ ਪਿਆ ਹੈ? ਇਹਨਾਂ ਦੀ ਅਸਲ ਤਾਂ ਸੂਰਤ ਹਾਲ ਉੱਥੋਂ ਖਰਾਬ ਹੋਈ ਹੈ ਵੀ ਜਿੱਥੇ ਗੰਦਮ ਦਾ ਜ਼ਿਮੀਂਦਾਰਾਂ ਨੂੰ ਦੂਜੇ ਸਾਲ ਦਾ ਰੇਟ ਨਹੀਂ ਲੱਭਿਆ, ਅੱਗੋਂ ਫਿਰ ਆਲੂ ਦਾ ਵੀ ਰੇਟ ਨਹੀਂ ਮਿਲਿਆ। ਜੀ ਜੀ। ਆਲੂਆਂ ਤੇ ਮਕਈ ਲੋਕਾਂ ਤੋਂ ਨਹੀਂ ਲੱਗੀ, ਜਿਵੇਂ ਮੇਰੇ ਕੋਲ ਵੀ ਨਹੀਂ ਲੱਗੀ। ਤੇ ਅਸੀਂ ਸਾਰੇ ਕੋਈ ਅੱਗੇ ਇਤਰਾ ਦਾਈਆਂ ਟੁਰ ਪਿਆ ਹੈ, ਕੋਈ ਪਿਛੇ ਇਤਰਾ, ਕੋਈ ਸਮਝ ਨਹੀਂ ਆਉਂਦੀ ਪਈ। ਜਿਹੜੇ ਕੱਚੇ ਕੋਈ ਆਂਦਾ ਕਿਸੇ ਦੇ ਦਾਈ ਚੰਗੇ ਵੀ ਹੋ ਜਾਂਦੇ ਨੇ, ਕਿਸੇ ਦੀ ਪੋਟ ਬਣ ਗਈ, ਕਿਸੇ ਦੇ ਕਿਵੇਂ, ਕਿਉਂਕਿ ਮੌਸਮੀ ਅਸਰਾਤ ਵੀ ਜਿਹੜੇ ਨੇ ਨਾ ਉਹ ਬੜੇ ਨਾਜ਼ੁਕ ਹਨ ਵੀ ਕਦੇ ਗਰਮੀ ਪੈਂਦੀ, ਕਦੇ ਬਾਰਿਸ਼ਾਂ ਹੁੰਦੀਆਂ ਨੇ, ਕਦੇ ਹਬਸ ਬਣ ਜਾਂਦੀ। ਪੋਲੀਨੇਸ਼ਨ ਦਾ ਅਮਲ ਨਹੀਂ ਠੀਕ ਹੁੰਦਾ। ਇਹ ਸਿਰਫ ਗੰਦਮ ਤੋਂ ਕੰਮ ਖਰਾਬ ਚੱਲਿਆ। ਹੁਣ ਅਗਰ ਜ਼ਿਮੀਂਦਾਰਾਂ ਨੂੰ ਸਮਝ ਨਹੀਂ ਆਉਂਦੀ ਪਈ ਵੀ ਅਸੀਂ ਕਿਵੇਂ ਕਰੀਏ, ਜਿਵੇਂ ਮੱਕੀ ਦਾ ਕੋਈ ਟਾਈਮ ਨਹੀਂ, ਜਿੱਲੇ ਮਰਜ਼ੀ ਕੋਈ ਲਾ ਲਈਏ ਨਾ ਲਾਈਏ, ਕੋਈ ਪੱਠੇ ਵਾਲਾ ਨੂੰ ਦੇਈਏ ਚਾਹ, ਤੇ ਐਵੇਂ ਮੁੰਜੀ ਵਾਲਾ ਵੀ ਅਜੇ ਲੱਗਦੀ ਵੀ ਪਈ ਹੈ, ਉਦੋਂ ਵਢੀਂਦੀ ਵੀ ਪਈ ਹੈ। ਇਹ ਮੈਨੂੰ ਦੱਸੋ ਵੀ ਆਪਣੇ ਪਾਸੇ ਜ਼ਿਆਦਾਤਰ 1509 ਦੀ ਕਾਸ਼ਤ ਹੋਈ ਹੈ, ਅਗੇਤੀ ਵੀ ਹੋਈ ਹੈ, ਇਹਦੇ ਵਿੱਚ ਹਾਈਬ੍ਰਿਡ ਦੀ ਜਿਹੜੀ ਮੁੰਜੀ ਹੈ ਉਹਦੀ ਵੀ ਹੋਈ ਹੈ, ਇਰੀਫਾਈਨ ਵੀ ਹੋਈ ਹੈ। ਓਵਰਆਲ ਜਿਹੜਾ ਹੈ ਕੀ ਪੋਜੀਸ਼ਨ ਰਹੀ ਹੈ? ਹੁਣ ਜੀ ਜਿਹੜੇ ਫੈਨ ਓਵਰਆਲ 30 ਤੋਂ 40 ਮਣ ਇਹ ਇਹਦੀ ਇਰੀਫਾਈਨ ਫਲਾਪ ਬਿਲਕੁਲ ਹੀ ਫਲਾਪ ਹੋ ਗਏ ਨੇ। ਇਸ ਸਾਲ ਆਖਿਰ ਨਾ ਵੀ ਕਿਸੇ ਇੱਕ ਅੱਧੇ ਦੀ ਵੀ ਉਹਦੇ ਤੋਂ ਹਿਫਾਜ਼ਤ ਨਹੀਂ ਹੋਈ ਓਵਰਆਲ ਹੀ ਵੀ, ਹਾਲਾਂਕਿ ਵੀ ਪੋਟ ਵੀ ਨਹੀਂ ਬਣੀ, ਲੇਕਿਨ ਉਹਦੀ ਐਵਰੇਜ 30 ਤੋਂ 40 ਮਣ ਐਂਡ ਆਈ ਆਪਣੇ ਇਲਾਕੇ ਵਿੱਚ, ਹਰ ਇੱਕ ਕੋਲ ਪੁੱਛਿਆ। ਜੀ ਜੀ। ਤੇ ਜਿਹੜੀ 1509 ਹੈ ਉਹ ਵੀ ਜੋ 35 40 45 ਐਂਡ ਹੈ। ਪਹਿਲੇ ਕਿੰਨਾ ਲਾਈ ਹੈ ਜਿੰਨਾ ਕੋਈ ਮਾਰਚ ਚ ਲਾ ਲਈ ਹੈ ਉਹ ਆਂਦੇ ਨੇ ਕੋਈ 50 60 ਮਣ ਆ ਗਈ, ਲੇਕਿਨ ਉਹ ਤੋਂ ਬਾਅਦ ਜਿਹੜੀ ਇਹਨੂੰ ਸਾਰੀ ਪੋਰਟ ਜਿਹੜੇ ਪੋਲੀ ਗਰਮੀ ਦੀ ਵਜ੍ਹਾ ਤੋਂ ਬੜਾ ਇਹਨੂੰ ਮਸਲਾ ਬਣਾ। ਔਰ ਵੀ ਆਪਣਾ ਕਜ਼ਨ ਹੈ ਆਕਰਮ ਵਾਸਤੇ ਆਪਣਾ, ਉਹਨਾਂ ਵੀ ਤਕਰੀਬਨ ਅਗੇਤੀ ਲਾਈ ਸੀ, ਤਕਰੀਬਨ 18 20 ਮਣ 18 20 ਮਣ ਨਿਕਲੀ ਹੈ, 10 12 ਕਿਲੋ ਨਾਲ ਲਾਈ ਸੀ। ਹਾਂਜੀ। ਤੇ ਮਤਲਬ ਵੀ ਜਿਹੜੇ ਜ਼ਮੀਂਦਾਰ ਅਗਰ ਇੱਕ ਕਿਸੇ ਦਾ ਕੁਦਰਤੀ ਤੌਰ ਤੇ ਠੰਡ 'ਚ ਉਹਦੀ ਪੋਲੀਨੇਸ਼ਨ ਹੁੰਦੀ ਹੈ, ਜਿਸ ਤਰੀਕੇ ਤੁਸੀਂ ਦੱਸਿਆ ਉਹਦੀ 50 60 ਮਣ ਨਿਕਲ ਜਾਂਦੀ, ਤੇ ਉਹਨੂੰ ਵੇਖ ਕੇ ਬਾਕੀ ਵੀ ਲੋਕ ਕਹਿੰਦੇ ਨੇ ਵੀ ਅਸਾਂ ਵੀ ਅਗਲੇ ਸਾਲ ਲਾਣੀ ਹੈ। ਨਾ ਜੀ ਬਸ ਇਹ ਹੈ ਸਾਰਾ ਹੈ ਤਵੱਕਲ ਤੇ ਅੱਲਾਹ ਤਾਲਾ ਮਨੋ। ਜੇ ਅੱਲਾਹ ਤਾਲਾ ਉਹ 2-4 ਦੇ ਮੌਸਮ ਅੱਛਾ ਹੋ ਗਿਆ ਹੈ, ਬਾਰਿਸ਼ ਹੋ ਗਈ ਹੈ, ਕੱਛੇ ਬੰਨੇ ਵੀ ਬਾਰਿਸ਼ ਹੋ ਗਈ ਹੈ ਤੇ ਠੰਡੀ ਹਵਾ ਚੱਲ ਗਈ ਹੈ, ਉਹਦੇ ਨਾਲ ਪੋਲੀਨੇਸ਼ਨ ਅੱਛੀ ਹੋ ਜਾਸੀ। ਜੇ ਉਹ 2-4 ਦੇ ਪੋਲੀਨੇਸ਼ਨ ਤੇ ਆ ਤੇ ਉਹ ਸਾਰਾ ਨੁਕਸਾਨ ਹੋ ਜਾਸੀ। ਇਹ ਦਾਈ ਲੱਗਣੇ ਤੇ ਚਾਹੀਦੇ ਨੇ ਲੇਟ ਹੀ ਵੀ ਉਹਦੇ ਚ ਰਿਸਕ ਨਹੀਂ ਹੈ। ਜੂਨ ਜੁਲਾਈ ਵਿੱਚ, ਜੂਨ ਦੀ ਛੇਕੜਾਂ ਚ ਤੇ ਜੁਲਾਈ ਦੀ ਪਹਿਲੇ ਹਫਤੇ ਚ ਲੱਗ ਜਾਵਨ ਤੇ ਇਹਦੇ ਚ ਰਿਸਕ ਹੈ ਹੀ ਕੋਈ। ਤੇ ਲੇਕਿਨ ਹੁਣ ਸਮਝ ਨਹੀਂ ਆ ਰਹੀ, ਜੇ 3 ਫਸਲਾਂ ਨਾ ਲਈਏ ਤਾਂ ਵੀ ਨਹੀਂ, ਅਖਰਾਜਾਤ ਹੀ ਨਹੀਂ ਪੂਰੇ ਹੁੰਦੇ। ਜਿੰਨੀ ਮਹਿੰਗਾਈ ਹੈ ਤੁਸੀਂ ਵੇਖ ਲਓ, ਡੀਜ਼ਲ ਦਾ ਖਰਚਾ ਕਿੱਥੇ ਜਾਂਦਾ ਰਿਹਾ, ਸਪਰੇਅ ਦਵਾਈਆਂ ਤੁਸੀਂ ਮਰਜ਼ ਹੀ ਨਹੀਂ ਜਾਂਦੀ ਪਈ। ਅੱਗੇ 2 ਥੈਲੀਆਂ ਨਾਲ ਸਰ ਜਾਂਦਾ, ਹੁਣ 5 ਨਾਲ ਵੀ ਨਹੀਂ ਸਰਦਾ। ਅੱਗੇ ਇੱਕ ਅੱਧਾ ਸਪਰੇਅ ਹੁੰਦਾ, ਹੁਣ 5-5 ਸਪਰੇਅ ਕੀਤੀ ਖੜੇ। ਸਹੀ। ਤੇ ਜਿਹੜੇ ਖਰਚੇ ਇਹਨੂੰ ਉਹ ਸਾਰੇ ਇਹਦੇ ਤੇ ਹੀ ਆਵਣੇ ਨੂੰ ਵੀ ਜਿਹੜੇ ਆਪਾਂ ਵੀ ਫਸਲ ਹੋਣੀ ਹੈ। ਹਾਂਜੀ। ਅੱਛਾ ਜ਼ਬਰ, ਫਸਲ ਆਪਣੀ ਦਾ ਰੇਟ ਤੁਸੀਂ ਵੇਖ ਲਓ, ਤੀਜੇ ਚੌਥੇ ਸਾਲ ਦਾ ਹੀ ਇੱਥੇ ਹੀ ਖੜਾ ਹੈ 3900 4000 ਤੇ। ਜਿੱਲੇ ਆਪਣੇ ਕੋਲ ਨਿਕਲ ਜਾਂਦੀ ਉਹਲੇ 6-7 ਹਜ਼ਾਰ ਤੋਂ ਵੀ ਵੇਚ ਲੈਂਦੇ ਨੇ, ਲੇਕਿਨ ਆਪਣੇ ਕੋਲ 4 ਤੇ ਖੜਾ। ਜਿਵੇਂ ਕਣਕ ਆਪਣੇ ਕੋਲ 3 ਤੇ ਹੀ ਖੜੀ ਹੈ, 3 ਤੇ ਖੜੀ ਹੈ, ਤਾਂ ਬਾਹਰ ਲਾਹੌਰ ਵਗੈਰਾ ਹੁਣ ਆਪਣੇ ਕੋਲ ਨਿਕਲ ਗਈ ਹੈ। ਤੇ ਹੁਣ ਗਰੀਬਾਂ ਨੂੰ ਤੇ ਸ਼ਹਿਰਾਂ ਵਾਲਿਆਂ ਨੂੰ ਜਿਹੜਾ ਆਟਾ ਹੈ ਉਹ ਅੱਡ ਤੇ 5000 ਦੇ ਹਿਸਾਬ ਹੀ ਮਿਲਦਾ। ਸਹੀ। ਅੱਛਾ ਤੇ ਆਪਾਂ ਇਹ ਆਣੇ ਵੀ ਜਿਹੜੇ ਜ਼ਿਮੀਂਦਾਰ ਹੈ ਨਾ, ਇਹਦੇ ਵਾਸਤੇ ਕੋਈ ਹੁਕੂਮਤ ਪਾਲਿਸੀ ਬਣਾਵੇ ਜਿਹੜੀ ਫਿਕਸ ਹੋਵੇ ਸਾਰਾ ਸਾਲ, ਉਹ ਇੱਕ ਰੇਟ ਹੀ ਚੱਲੇ, ਜਿਹੜਾ ਸਾਨੂੰ ਮਿਲੇ ਉਹ ਗਰੀਬਾਂ ਨੂੰ ਮਿਲੇ। ਸਹੀ। ਅੱਛਾ ਜ਼ਬਰ ਵੀ ਜਿਸ ਤਰੀਕੇ ਵੱਡੇ ਆਪਣੇ ਆਖਦੇ ਸਨ ਵੀ ਜਿਹੜੀ ਕੋਈ ਵੀ ਫਸਲ ਹੈ ਹਾੜੀ ਸਾਹਮਣੀ ਨੂੰ ਖਾ ਜਾਂਦੀ ਹੈ ਤੇ ਸਾਹਮਣੀ ਹਾੜੀ ਨੂੰ ਖਾ ਜਾਂਦੀ ਹੈ, ਇਹ ਕਿੰਨੀ ਕੁ ਗੱਲ ਦਰੁਸਤ ਹੈ? ਇਹ ਜੀ ਅੱਲਾਹ ਤਾਲਾ ਨੇ ਜ਼ਿਮੀਂਦਾਰ ਨੂੰ, ਜਿਹੜਾ ਜ਼ਿਮੀਂਦਾਰ ਹੈ ਨਾ ਜੀ, ਉਹ ਆਂਦੇ ਨੇ ਵੀ ਜ਼ਰਾਅਤ ਵੀ ਤੇ ਪੇਸ਼ਾ ਵੀ। ਜੀ ਜੀ। ਇਬਾਦਤ ਵੀ ਹੈ ਜ਼ਰਾਅਤ ਤੇ ਪੇਸ਼ਾ ਵੀ ਹੈ। ਇਹਦੇ ਨਾਲ ਖਰੇ ਕਿੰਨੇ ਹੁਣ ਤੁਸੀਂ ਵੇਖੋ ਨਾ ਵੀ ਪਰਾਲੀ ਹੀ ਹੈ, ਆਪਣੇ ਵਾਸਤੇ ਤੇ ਫਾਲਤੂ ਹੈ, ਲੇਕਿਨ ਇਹਦੇ ਨਾਲ ਕਿੰਨੇ ਜਾਨਵਰ ਤੁਹਾਡੇ ਜਿਹੜੇ ਨਾ ਉਹ ਰੱਜ ਜਾਸਨ, ਉਹਨਾਂ ਦੀ ਖੁਰਾਕ ਪੂਰੀ ਹੋ ਜਾਸੀ।
ਇਵੇਂ ਚਾਵਲ ਨਿਕਲ ਸਨ ਉਹਨਾਂ ਦੀ ਉਤਲੀ ਜਿਹੜੀ ਹਾਲਾਂਕਿ ਦੁੱਕੀ ਹੈ ਉਹ ਵੀ ਜਾਨਵਰਾਂ ਦੀ ਖੁਰਾਕ ਹੈ। ਜਾਂਦੀ ਕਹਿੰਦੇ ਹੈ ਦੂਜਾ ਜਿਹੜਾ ਕਿਸਾਨ ਉਗਾਉਂਦਾ ਹੈ ਉਹਦਾ ਅੱਲਾ ਨੇ ਇੱਕ ਪਰਦਾ ਰੱਖਾ ਵੀ ਹੈ ਜਿਹੜਾ ਕਿ ਉਹਦੀ ਇੱਕ ਉਹਨੂੰ ਇੱਜ਼ਤ ਬਖਸ਼ੀ ਹੋਈ ਹੈ, ਜ਼ਿਮੀਦਾਰ ਹੈ, ਕਿਸਾਨ ਹੈ, ਲੇਕਿਨ ਹਕੂਮਤ ਉਹ ਪਰਦਾ ਲਾਹਣਾ ਚਾਹੁੰਦੀ ਹੈ, ਲਾਈ ਖੜੀ ਹੈ ਬਿਲਾਈ ਖੜੀ ਹੈ ਵੀ ਹੁਣ ਵੀ ਉਹ ਕੋਈ ਕਿਸੇ ਅੱਗੇ ਰੋ ਨਹੀਂ ਸਕਦਾ। ਬਾਕੀ ਜ਼ਿਮੀਦਾਰੇ ਵਾਲਾ ਹੁਣ ਇਹ ਹਾਲਾਤ ਹੋਇਆ ਪਿਆ। ਹਾਲਾਤ ਇਹ ਜ਼ਬਰ ਕਰ ਜਿਵੇਂ ਹੁਣ ਆਪਣੀ ਆ ਮੁੰਜੀ ਦੀ ਅੱਜ ਕਟਾਈ ਹੁੰਦੀ ਪਈ ਹੈ, ਹਾਂਜੀ ਇਹ ਅਗਲੀ ਹੁਣ ਫਸਲ ਲਾਵਾਂਗੇ ਜਿਹੜੇ 4 ਆਨੇ ਆਏ ਆ, ਹਾਂਜੀ, ਪਿਛਲੇ ਤੁਸੀਂ ਖਰਚੇ ਉਹ ਕੱਢਾਂਗੇ ਤਾਂ ਅਗਲੇ ਖਰਚੇ ਪੂਰੇ ਹੋ ਸਕਦੇ। ਆਪਾਂ ਇਹ ਆਨੇ ਵੀ ਆਪਾਂ ਨਾ ਗਿਣੀਏ, ਜਿਹੜੇ ਪਾਲਿਸੀ ਮੇਕਰ ਹਨ ਉਹ ਹੀ ਇਹਦਾ ਸਾਰਾ ਲੇਖਾ ਕਰਨ, ਬਜਟ ਬਣਾ ਕੇ ਉਹ ਬਜਟ ਬਣਾ ਤੇ ਵਿਖਾਵਣ ਵੀ ਤੁਸੀਂ ਆਦੇ ਇਹਨਾਂ ਗੁਜ਼ਾਰਾ ਵੀ ਕਰੋ, ਇਹਨਾਂ 'ਚ ਬਿਜਲੀਆਂ ਦੇ ਬਿੱਲ ਵੀ ਦਿਓ, ਇਹਨਾਂ 'ਚ ਡੀਜ਼ਲ ਵੀ ਬਾਲੋ, ਇਹਨਾਂ ਸਪਰੇਅ ਵੀ ਕਰੋ, ਸਾਰੇ ਕੰਮ ਕਰੋ। ਆਪਾਂ ਇਹ ਨਹੀਂ ਆਣੇ ਵੀ ਸਾਡੇ ਤੇ ਤੁਸੀਂ ਛੱਡੋ। ਸਹੀ ਜਿਵੇਂ ਤੁਸੀਂ ਆਦੇ ਜਿਹੜੇ ਬੈਰੋਕਰੇਟ ਹਨ ਉਹਨਾਂ ਤੇ ਛੱਡਾ ਵੀ ਹੈ ਤੇ ਇਹਦਲਾ ਵੀ ਸਾਈਡ ਉਧਰ ਮਿਡਲ ਵਿੱਚ ਆਵਣ ਨਾ ਵੀ ਦੋਵਾਂ ਦਾ ਲੇਖਾ ਕਰਨ। ਤੇ ਜਿਹੜੇ ਸ਼ਹਿਰਾਂ ਵਾਲੇ ਲੈਂਦੇ ਪੈਣ ਨੂੰ 10% 15% ਆਦਾ ਪ੍ਰੋਫਿਟ ਲੈਂਦੇ ਨੂੰ ਆਪਾਂ ਨੂੰ ਕੋਈ ਚੀਜ਼ ਵੀ ਦਿੰਦੇ ਤੇ ਉਹ ਆਪਾਂ ਨੂੰ ਵੀ ਦਿੱਤੀ ਰੱਖਣ। ਬੇਸ਼ੱਕ ਬਿਲਕੁਲ ਜ਼ਫਰ ਭਾਈ। ਤੇ ਇਹ ਸਿਰਫ ਫੈਸਲੇ ਉਹ ਕਰਦੇ ਨੂੰ ਜਿਨ੍ਹਾਂ ਨੂੰ ਬਾਹਰ ਦਾ ਪਤਾ ਹੀ ਨਹੀਂ, ਫੀਲਡ ਦਾ ਪਤਾ ਹੀ ਨਹੀਂ, ਉਹ ਸਿਰਫ ਏਸੀਆਂ 'ਚ ਬੈਠੇ ਨੇ, ਉਹਨਾਂ ਨੂੰ ਕੀ ਪਤਾ ਗਰਮੀ ਕੀ ਹੈ ਕੀ ਨਹੀਂ ਹੈ। ਮੈਂ ਤਾਂ ਕਹਿੰਦਾ ਬਈ ਧਿਆਨ ਉਹਨਾਂ ਵੀ ਗੋਡਾਲਾਂ ਤੇ ਨਿਕਲਣਾ ਹੈ ਸਹੀ, ਤੇ ਉਹਨਾਂ ਨੂੰ ਕੀ ਇਲਮ। ਬੇਸ਼ੱਕ ਜ਼ਫਰ ਭਾਈ ਬਜਾ ਫਰਮਾਇਆ। ਤੇ ਕਿਸਾਨ ਵੀ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ। ਆਮੀਨ। ਤੇ ਇਹ ਜ਼ਿੰਮੇਦਾਰ ਵਾਲਾ ਸਿਲਸਿਲਾ ਅੱਛਾ ਹੋ ਜਾਵੇ ਨਾ ਤੇ ਮੁਲਕ ਮੈਂ ਨਾ ਕਰਜ਼ਾ ਕੋਈ ਚੀਜ਼ ਨਹੀਂ। ਸਹੀ ਬਾਤ ਬਿਲਕੁਲ। ਅਗਰ ਜ਼ਰਾਤ ਵਿੱਚ ਪੈਸੇ ਆਉਣਗੇ, ਕਿਸਾਨ ਕੋਲ ਪੈਸੇ ਆਉਣਗੇ ਹਾਂਜੀ ਤਾਂ ਪੂਰੇ ਮੁਲਕ 'ਚ ਜਿਹੜਾ ਪੈਸਾ ਵਰਕ ਕਰੇਗਾ, ਹਰ ਮਸ਼ੀਨਰੀ ਚੱਲਦੀ, ਮਸ਼ੀਨਰੀ ਚੱਲੇਗਾ, ਬਲਕਿ ਬਾਜ਼ਾਰ ਚੱਲਣਗੇ, ਹਾਂਜੀ ਫੈਕਟਰੀਆਂ ਚੱਲਣਗੀਆਂ। ਸਿਰਫ ਉਦੋਂ ਹੀ ਚੱਲਣਗੀਆਂ ਜਦੋਂ ਜ਼ਮੀਂਦਾਰ ਕੋਲ ਉਹਦੀ ਫਸਲ ਦਾ ਉਹਨੂੰ ਹੱਕ ਮਿਲੇਗਾ ਤਾਂ ਉਹਦੇ ਕੋਲ ਪੈਸਾ ਆਵੇਗਾ। ਹਾਂਜੀ ਕਿਉਂਕਿ ਆਪਣਾ ਜਿਹੜਾ ਪੈਸਾ ਹੈ ਨਾ ਉਹ ਵਰਕ ਕਰਦਾ, ਤੇ ਜਿਹੜੇ ਇੰਡਸਟਰੀ ਵਾਲੇ ਬਾਕੀ ਦੇ ਉਹਨਾਂ ਦਾ ਪੈਸਾ ਤਾਂ ਜਾਂਦਾ ਹੀ ਦੂਸਰੇ ਮੁਲਕਾਂ 'ਚ, ਨਾ ਕਿ ਆਪਣੇ ਮੁਲਕ 'ਚ। ਹਾਂਜੀ ਤੇ ਅੱਲਾਹ ਤਾਲਾ ਜੀ ਸਾਡੇ ਤੇ ਖੈਰ ਕਰੇ। ਹਾਲਾਤ ਜਿਹੜੇ ਨੇ ਕਿਸਾਨਾਂ ਦੇ ਮਾੜੇ ਹੈਗੇ ਨੇ, ਜਿਸ ਤਰੀਕੇ ਫਸਲਾਂ ਦਾ ਰੇਟ ਕੋਈ ਨਹੀਂ, ਖਾਦਾਂ, ਟਰੈਕਟਰ, ਜ਼ਰਾਈ ਮਸ਼ੀਨਰੀ ਹਰ ਸ਼ੈ ਮਹਿੰਗੀ ਹੈ, ਸਿਰਫ ਸਸਤੀ ਹੈ ਤੇ ਸਾਡੀ ਜਨਾਬ ਫਸਲਾਂ ਦਾ ਰੇਟ ਕੋਈ ਨਹੀਂ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।